ਜਿਹੜਾ ਦਿੱਲੀ ਦਾ ਅੰਦੋਲਨ ਆ SKM गैर राजनीतिक ਤੇ KMM किसान मजदूर मोर्चे का ਸਾਂਝਾ अंदोलन आ। और देखो ਜਿਹੜੇ कल घटनाक्रम होया ਤੁਹਾਡੇ सामने आ। ਅੱਜ ਅਸੀਂ क्योंकि डलेवाल साहब सवेरे ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਪਤਾ ਲੈਣ ਚਲੇ ਗਏ, ਇਸ ਕਰਕੇ ਉਹ ਲੇਟ ਆ ਸਕੇ ਨੇ ਤੇ ਨਵੀਂ ਜਿਹੜੀ ਅਸੀਂ ਕੋਈ ਗੱਲ ਕਰ ਪਾਉਣੀ ਸੀ ਉਹ ਤਾਂ ਸੰਭਵ नहीं हैगी। उन्होंने आया वो अपने फोरम नाल गल कर रहे, असीं गल कर ली आ, आपां दोहरे तुहानूं कॉल कर लांगे, ठीक है जी। ਉਹਦੇ ਵਿੱਚ सारी क्लीयर करांगे। पर ਜਿਹੜੀ जानकारी मैनूं उन्होंने मुहैया कराई, एक तां ਜਿਹੜੇ ਜ਼ਖਮੀ आ ਜਿਹੜੇ ਇੱਥੇ ਪਟਿਆਲੇ ਦੇ ਵਿੱਚ MLR ਉਹਨਾਂ ਦੀ ਕੱਟੀ ਉਹ 60 ਨੇ, ਉਵੇਂ ਇਹਦੇ ਨੂੰ ਜ਼ਿਆਦਾ ਬੰਦੇ ਹਸਪਤਾਲਾਂ 'ਚ ਦਾਖਲ ਹੀ ਨਹੀਂ ਹੋਏ ਹੈਗੇ ਜਿਨ੍ਹਾਂ ਦੇ ਸੱਟਾਂ ਹੈਗੀਆਂ ਵਾ। ਉਹਨਾਂ ਨੂੰ ਕਿਹਾ ਵੀ ਸਰਕਾਰੀ ਕਰਾਓ, ਜ਼ਿਆਦਾ ਨੇ ਜ਼ਖਮੀ ਛੋਟੀਆਂ ਮੋਟੀਆਂ ਸੱਟਾਂ ਵਾਲੇ। 30 ਜਿਹੜਾ ਖਨੌਰੀ ਬਾਰਡਰ ਆ ਉਹਦੇ ਤੇ 30 ਬੰਦਿਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਨੇ ਜਿਹੜੀ ਮੈਨੂੰ ਹੁਣ ਜਾਣਕਾਰੀ ਮਿਲੀ ਆ। ਔਰ ਇੱਥੇ ਤਾਂ ਪੁਲਿਸ ਨੇ ਅੱਗੇ ਆ ਕੇ ਲਾਠੀ ਚਾਰਜ ਨਹੀਂ ਕੀਤਾ, ਉੱਥੇ ਅੱਗੇ ਆ ਕੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਵਾ। ਤਾਂ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੈਗੀਆਂ। BKU ਕ੍ਰਾਂਤੀਕਾਰੀ ਦਾ ਸਿੰਘ ਆ ਜਿਹਦੀ ਲੱਤ ਟੁੱਟੀ ਹੈਗੀ ਆ। ਸਾਡੇ ਵੀ ਗੰਭੀਰ ਬੰਦੇ ਆ ਜਿਹੜੇ ਹਸਪਤਾਲ 'ਚ ਪਏ ਹੋਏ ਆ, ठीक है। एक नूं पलस्तर लगा वा, एक दा ऑपरेट होया हैगा। बलदेव सिंह जी बग्गा ने मेरे ख्याल ऑपरेट होया ते मसाणिया साहब ने जिहड़ी लत्त नूं पलस्तर लगा होया। ते हौली हौली असीं हुण सारे नाम ही लभ रहे हैं, सारा तलाश रहे हैं भी किद्दां जख्मी होए ने, की कुल होया। मैं जिहड़ी तुहानूं दसना चाहांगा भी देखो जड़ियां बुलट्स वरतियां गईयां ने, एक तां आह वरतिया जा रहा तुहाडे सामने, ये देख लो। दूसरा हैगा आ, ਇਹ ਫੌਜੀਆਂ ਦੀ ਟੈਕਨੀਕ ਮੁਤਾਬਕ ਇਹ ਸਾਡੇ ਤੇ ਵਰਤਿਆ ਨਹੀਂ ਜਾ ਸਕਦਾ ਵੀ ਹੈਵੀ ਤਾਕਤ ਦੀ ਵਰਤੋਂ ਕਰ ਰਹੀ ਆ ਸਰਕਾਰ। ਔਰ ਤੁਹਾਡੇ ਮੀਡੀਆ 'ਚ ਜਿਹੜੀ ਗੱਲ ਆਉਂਦੀ ਆ ਵੀ ਪੁਲਿਸ ਨਹੀਂ ਹੈ, ਅਗਲੇ ਬੰਨੇ ਅਰਧ ਸੈਨਿਕ ਫੋਰਸ ਨੇ, BSF ਤੇ RPF ਆ, ਉਹਨਾਂ ਨੇ ਮੋਰਚਾ ਸਾਂਭਿਆ। ਪਹਿਲੀ ਵਾਰ ਹੋਊਗਾ ਵੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅਰਧ ਸੈਨਿਕ ਫੋਰਸ ਅਟੈਕ ਕਰ ਰਹੀਆਂ ਨੇ, ਇੰਨਾ ਜ਼ਬਰ ਢਾਇਆ ਜਾ ਰਿਹਾ। ਔਰ ਤੁਹਾਨੂੰ ਮੈਂ ਦੱਸਾਂ ਵੀ ਉਹਨਾਂ ਨੇ ਬੁਲਟਾਂ ਕਿਹੜੀਆਂ ਵਰਤੀਆਂ ਨੇ। ਇਹ ਤੋਂ ਕਹਾਂ ਆਹ ਰਬੜ ਵਾਲੀ ਗੋਲੀ ਜਿਹੜੀ ਆ ਉਹ ਚਲਾਈ ਵਰਤੋਂ ਕੀਤੀ ਜਾ ਰਹੀ ਉਹਨਾਂ ਦੀ। ਇਹ ਤੋਂ ਕਹਾਂ ਆਹ ਰਬੜ ਦੀਆਂ ਗੋਲੀਆਂ ਵਾ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਹੁੰਦੀ ਹੈਗੀ ਆ, ਇੱਕ ਤਾਂ ਇਹ ਵੀ ਹੈਗੇ ਆ। ਔਰ ਇਹ ਤੋਂ ਕਹਾਂ ਜਿਹੜੀ ਵੱਡੀ ਖਤਰੇ ਵਾਲੀ ਗੱਲ ਹੈਗੀ ਆ ਵੀ ਜਿਵੇਂ ਕਿਸੇ ਦੂਜੇ ਮੁਲਕ ਦੇ ਉੱਤੇ ਅਟੈਕ ਕਰੀਦਾ ਵਾ, ਉਹਦੇ ਵਾਂਗ ਜਿਹੜੇ SLR ਤੇ ਫਾਇਰ ਨੇ ਉਹਦੇ ਖੋਲ ਮਿਲੇ ਸਾਨੂੰ ਚੱਲੇ ਹੋਏ ਨੇ, ਉਹ ਵੀ ਕੀਤੇ ਗਏ। ਸਾਡੇ ਦੇਸ਼ ਦੇ ਵਿੱਚ ਜਿਹੜੀ SLR ਆ, ਠੀਕ ਹੈ ਜੀ, ਉਹ ਵੀ ਕਿੱਥੇ ਨਿਕਲ ਗਏ, ਮੈਂ ਭਾਈ ਥੱਲੇ ਸੁੱਟ ਲਈ। ਠੀਕ ਆ, ਮੈਂ ਉਦੋਂ ਵੀ ਦਿਖਾਏ ਆ, ਉਹ ਆਪ ਹੈਗੇ ਬਈ, ਆਹ SLR ਦੇ ਖੋਲ ਆ ਜਿਹੜੇ ਚੱਲੇ ਹੋਏ ਆ, ਜਿਹੜੇ ਸਾਡੇ ਤੇ ਵਰਤੋਂ ਕੀਤੀ ਗਈ ਆ। ਤਾਂ ਮਤਲਬ ਪੂਰੀ ਤਰ੍ਹਾਂ ਮੋਦੀ ਸਰਕਾਰ ਤਾਕਤ ਦੀ ਵਰਤੋਂ ਕਰ ਰਹੀ ਆ। ਮੈਂ ਫਿਰ ਗੱਲ ਸਾਫ਼ ਕਰ ਦੇਵਾਂ, ਸਾਡੇ ਜਿਹੜੇ ਅੰਦੋਲਨ ਦਾ ਮਨੋਰਥ ਆਪਣੀਆਂ ਮੰਗਾਂ ਮਨਾਉਣੀਆਂ ਔਰ ਸਰਕਾਰ ਨਾਲ ਬਹਿ ਕੇ ਗੱਲਬਾਤ ਦਾ ਨਿਬੇੜਾ ਕਰਨਾ। ਮਕਸਦ ਹੈਗਾ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਓ। ਮਕਸਦ ਹੈਗਾ C2 50% ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦਿਓ। ਮਕਸਦ ਇਹ ਹੈਗਾ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰੋ, ਬਿਜਲੀ ਬਿੱਲ ਜਿਹੜਾ ਨਿੱਜੀਕਰਨ ਦੀ ਨੀਤੀ ਉਹਨੂੰ ਵਾਪਸ ਲਓ, ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਉਹ ਬਾਹਰ ਕੱਢੋ ਖੇਤੀ ਨੂੰ, ਠੀਕ ਹੈ। ਨਰੇਗਾ 200 ਦਿਨ ਚਲਾਓ ਔਰ ਉਹਦੇ ਵਿੱਚ ਜਿਹੜਾ 700 ਰੁਪਇਆ ਦਿਹਾੜੀ ਦਿਓ। ਸੰਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਉਹ ਲਾਗੂ ਕਰੋ। ਇਹ ਮੰਗਾਂ ਸਾਡੇ ਲਈ ਕੀ ਨੇ? ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਲਈ ਵੀ ਇਹ ਸਾਡੀ ਦਿੱਲੀ ਜਾਣਾ ਅਣਖ ਦਾ ਸਵਾਲ ਨਹੀਂ ਹੈ। ਅਸੀਂ ਸਰਕਾਰ ਨਾਲ ਟਕਰਾਅ ਪੈਦਾ ਕਰਨ ਲਈ ਨਹੀਂ ਆਏ ਹੋਏ ਵੀ ਬੈਰੀਕੇਡ ਤੋੜਨੇ ਸਾਡਾ ਅਣਖ ਦਾ ਸਵਾਲ ਆ। ਦੋ ਕੰਮ, ਜਾਂ ਸਰਕਾਰ ਬਹਿ ਕੇ ਸਾਡੀਆਂ ਮੰਗਾਂ ਮੰਨ ਲਵੇ ਜਾਂ ਇਸ ਜਮਹੂਰੀਅਤ ਦੇ ਵਿੱਚ ਸਾਨੂੰ ਦਿੱਲੀ ਜਾਣ ਦਾ ਹੱਕ ਦੇ ਦੇਵੇ ਵੀ ਇੱਥੇ ਆ ਕੇ ਆਪਦੀ ਗੱਲ ਕਰ ਲਓ। ਹੁਣ ਦੋਵੇਂ ਚੀਜ਼ਾਂ ਨਹੀਂ ਗੱਲ ਸਰਕਾਰ ਕਰ ਰਹੀ, ਨਾ ਸਾਡੀਆਂ ਮੰਗਾਂ ਮੰਨ ਰਹੀ ਆ ਨਾ ਦੂਜੀਆਂ। ਜਿਹੜਾ ਕੱਲ ਅੱਜ ਮੈਂ अनुराज ठाकुर जी का बयान देख रहा भी उनका मांग कह रहे भी उन्होंने मंग पत्र बढ़ता जा रहा, मैं कोई हिंदी रिपीट कर दूँ, वो ठीक नहीं है। असी पहले दिनों जो मंग पत्र भेजा उही साडा
ਮੰਗ ਪੱਤਰ ਹੈਗਾ। ਹੁਣ ਇਹ ਕੇਂਦਰ ਸਰਕਾਰ ਤੈਅ ਕਰੂਗੀ ਵੀ ਕਿਹੜੀ ਮੰਗ ਅਸੀਂ ਲਿਖ ਕੇ ਘੱਲੀਏ ਤੇ ਕਿਹੜੀ ਨਾ ਘੱਲੀਏ। ਜਿਵੇਂ ਨੈਸ਼ਨਲ ਮੀਡੀਆ ਤੇ ਸਾਨੂੰ ਫੇਰ ਖਾਲਿਸਤਾਨ ਦਾ ਟੈਗ ਲਾਉਣ ਦਾ ਯਤਨ ਹੋ ਰਿਹਾ, ਇਹ ਠੀਕ ਨਹੀਂ ਹੈਗਾ ਦੇਸ਼ ਦੇ ਕਿਸਾਨ ਮਜ਼ਦੂਰ ਵਾਸਤੇ। 4 ਟੈਗ ਆ ਗਏ ਆ। ਪਹਿਲੋਂ ਤਾਂ ਕਹਿੰਦੇ ਜੀ ਇਹ ਪ੍ਰੋ ਲੈਫਟ ਹੋਣਗੇ, ਇੱਕ ਟੈਗ ਹੈਗਾ। ਫਿਰ ਕਹਿੰਦੇ ਜੀ ਪ੍ਰੋ ਕਾਂਗਰਸ ਹੋਣਗੇ, ਦੂਜਾ ਟੈਗ ਹੈਗਾ। ਫਿਰ ਕਹਿੰਦੇ ਜੀ ਪੰਜਾਬ ਦੀ ਸਰਕਾਰ ਇਹਨਾਂ ਨੂੰ ਹਮਾਇਤ ਕਰ ਰਹੀ ਆ, ਤੀਜਾ ਆ ਗਿਆ ਫਿਰ ਖਾਲਿਸਤਾਨ। ਪਹਿਲੋਂ ਹੈ ਕੀ ਆ ਪਤਾ ਕਰ ਲਓ, ਹਰ ਵਾਰੀ ਸਟੈਂਡ ਚੇਂਜ ਕਰਦੇ ਜੇ, ਠੀਕ ਆ। ਤਾਂ ਇਹ ਠੀਕ ਨਹੀਂ ਹੈਗਾ, ਸਾਡੀ ਪਰਸੈਪਸ਼ਨ ਨੂੰ ਬਣਾਉਣਾ ਇਹ ਠੀਕ ਨਹੀਂ। ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੂੰਗਾ ਵੀ ਅਸੀਂ ਬਚਾਅ 'ਚ ਅਸੀਂ ਲੋਕਾਂ ਨੂੰ ਕਿਹਾ ਹੈਗਾ ਵੀ ਅਸੀਂ ਬਚਾਅ ਦੇ ਵਿੱਚ ਚਾਹੁੰਦੇ ਆ ਵੀ ਬੋਰੀਆਂ ਜਿਹੜੀਆਂ ਵਾ ਜਿਹਦੇ ਨਾਲ ਹੰਝੂ ਗੈਸ ਨੂੰ ਰੋਕਿਆ ਜਾ ਕੇ ਘੱਟ ਸਾਡੇ ਤੇ ਵਰਤੋਂ ਹੋਵੇ, ਉਹਨੂੰ ਡੱਕਿਆ ਜਾ ਸਕੇ। ਕੋਈ ਪਾਣੀ ਲੈ ਕੇ ਆ ਜਾਓ, ਕੋਈ ਪੰਪ ਲੈ ਕੇ ਆ ਜਾਓ, ਜਦੋਂ ਗੋਲਾ ਸੁੱਟਣ ਸਾਡੇ ਤੇ ਅਸੀਂ ਉਹ ਗੋਲਾ ਠੰਡਾ ਕਰ ਸਕੀਏ। ਤੋ ਦੂਜਾ ਸਾਡਾ ਪੱਕਾ ਵਾ ਵੀ ਵਿਖਾਇਆ ਤੇ ਇਹ ਜਾ ਰਿਹਾ ਮੀਡੀਆ ਵੱਲੋਂ ਵੀ ਪੈਰਲਲ ਪੱਥਰ ਮਾਰੇ ਜਾ ਰਹੇ ਆ, ਠੀਕ ਆ। ਇਹ ਠੀਕ ਨਹੀਂ ਹੈਗਾ, ਕੋਈ ਕਦੀ ਘਟਨਾ ਵਾਪਰ ਸਕਦੀ ਆ। ਤਾਂ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਡਾ ਅੰਦੋਲਨ ਪੀਸਫੁਲੀ ਆ, ਪਰ ਅਮਨ ਆ। ਅਸੀਂ ਸਮਝਦੇ ਆ ਵੀ ਜੇ ਸਾਡਾ ਅੰਦੋਲਨ ਪੁਰਅਮਨ ਤੇ ਪੀਸਫੁਲ ਰਿਹਾ ਤੇ ਸਾਨੂੰ ਜਿੱਤਣੋਂ ਕੋਈ ਵੀ ਹਰਾ ਨਹੀਂ ਸਕਦਾ ਹੈਗਾ। ਅਸੀਂ ਜਿੱਤਾਂਗੇ। ਤੇ ਸਾਡਾ ਨੌਜਵਾਨ ਸਿਆਣਾ ਵਾ, ਸਮਝਦਾਰ ਆ। ਕੇਂਦਰ ਸਾਨੂੰ ਪਹਿਲੋਂ ਬਦਨਾਮ ਕਰਨ ਲਈ ਤਿਆਰ ਹੈਗੀ ਆ, ਔਰ ਉਹ ਸਾਡੀ ਨੈਗੇਟਿਵ ਘਟਨਾ ਇੱਕ ਅੱਧੀ ਨੂੰ ਚੜਾ ਕੇ ਵੱਧ ਤੋਂ ਵੱਧ ਪੇਸ਼ ਕਰੂਗੀ। ਜਿਹੜਾ ਕੁਝ ਉਹ ਕਰ ਰਹੇ ਆ ਉਹਨੂੰ ਡੀਰੇਲ ਕੀਤਾ ਜਾਊਗਾ। ਇਸ ਕਰਕੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਟਕਰਾਅ ਨਹੀਂ ਕਰਨਾ ਹੈਗਾ, ਅਸੀਂ ਮੰਗਾਂ ਮਨਵਾਉਣੀਆਂ ਹੈਗੀਆਂ। ਤਾਂ ਅੱਜ ਦੀ ਅਪਡੇਟ ਇਹ ਸੀ। ਤੁਸੀਂ ਇਕੱਲੇ ਨੂੰ ਪੁੱਛਦੇ ਜੋ, ਫਿਰ ਮਜਬੂਰੀ ਹੁੰਦੀ ਆ ਤੁਹਾਡੇ ਨਾਲ ਗੱਲ ਕਰਨ ਨੂੰ, ਜੀ ਬਹੁਤ ਕਰਦਾ। ਫਿਰ ਹੁੰਦਾ ਵੀ 4-4 ਘੰਟੇ ਹੀ ਸੌਂਦੇ ਆ, ਇਹ ਤੋਂ ਵੱਧ ਸੁੱਤਾ ਨਹੀਂ ਜਾਂਦਾ ਹੈਗਾ। ਤਾਂ ਫਿਰ ਇੰਨਾ ਕਈ ਵਾਰੀ नहीं बोला जाता, फिर इकट्ठी पीसी कर लिया। तो मैं हिंदी च एक बार रिपीट कर दिया तो क्या उनका ये आंदोलन है। और जिस तरह से आपने देखा है कि जिस तरह से केंद्र की सरकार हमारे ऊपर जबर कर रही है, ये बुलेट SLR की बुलेट चलाई गई हमारे ऊपर, इस तरह से हंजू गैस जो हमारे ऊपर नहीं चलाना चाहिए, ये प्लास्टिक की गोलियां उन्होंने इस्तेमाल की, और ये रबड़ की गोलियां ये हमारे ऊपर हो रहा। और जिस तरह से हमारी परसेप्शन बनाई जा रही है मीडिया में, खालिस्तान का अटैक लगाया जा रहा, प्रो लेफ्ट बोला जा रहा है, प्रो कांग्रेस बोला जा रहा है, और प्रो पंजाब सरकार बोला जा रहा है, भी ये उत्साहित कर रहे हैं। ऐसी कोई बात नहीं। हम जब हम तो ये कहते हैं भी जो देश में नीतियां लागू हैं कांग्रेस लेके आने वाली है। और CPI CPM का राज पश्चिमी बंगाल में 35 साल रहा, उनका और अन्य राज्यों का हमको अधिक फर्क नहीं समझते हैं। तो हम जैसे हम सब सरकारों की आलोचना करते हैं, आम आदमी भगवंत मान सरकार की भी वैसी आलोचना करते। हमसे किसी का कोई लेना देना नहीं, हम देश के किसान हैं, खेत मजदूर हैं, और अपनी मांगों के लिए संघर्ष करते हैं। तो माननीय प्रधानमंत्री से अपील करते हैं, फिर मैं तो रोज अपील कर रहा हूं कि आपका बोलते हृदय बड़ा है, बड़ा हृदय कीजिए, और हमें MSP खरीद की गारंटी का कानून बना के दीजिए। जिस तरह से अनुराग ठाकुर जी बोल रहे हैं कि इनका मांग पत्र चार्ट बड़ा होता जा रहा है, ये बात नहीं है। हमने पहले दिन से वही मांग पत्र रखा, उसी पे काम कर रहे हैं। जैसे बोला जा रहा है कि अगर MSP खरीद की गारंटी का कानून बनाना है तो उसके लिए कमेटी आवश्यक है। तो हम बताना चाहेंगे, आपको कल भी बताया था कि जो CACP की रिपोर्ट के अनुसार देश के 23 फसलों के ऊपर सरकार पूरी तरह कैलकुलेट कर MSP 23 फसलों का ऐलान करती है। तो हमने मंत्री महोदय के समक्ष ये बात रखी कि आप बताइए, आप ये अनाउंसमेंट कैलकुलेशन से कर रहे हैं? बोले हाँ। तो हमने बोला इसके ऊपर लीगल गारंटी कानून बना दीजिए। हमें तो सिक्योरिटी चाहिए भी जो MSP का ऐलान आपने किया वो कम रेट पर मंडी में ना बिके। तो अब वो कमेटी बना के हमारा मसला ठंडे बस्ते में डालना चाहते हैं। एक मैं और बात बोल दूं तो छोड़ गए, यहां से भी किसानों को अर्धसैनिक फोर्सों ने, पुलिस ने उठाया है, वो अंबाला के थाने में है, ये रिपोर्ट आ गई हमारी। और खनौरी बॉर्डर से भी किसानों को उठाया गया, वो हरियाणा की अभी जेल में है। तो एग्जैक्ट गिनती तो नहीं मुझे मालूम, पर 15 इधर 15 बुलारा साहब को ज्यादा पता, ये 15 होंगे इधर। उधर की गिनती अभी ले रहे हैं जो इनके थानों में है। फिर भी हम नहीं कहते भी वार्ता नहीं करेंगे, पर हम अनुरोध करते सरकार से, पहले ये सब बंद कीजिए, आम माहौल कीजिए। हम वार्ता के लिए कल भी तैयार थे, आज भी तैयार है। अब जूही डल्लेवाल साहब आएंगे, कोई जो अंदर बात करनी है उनसे बात करके
आगे की बात हमको आपको बताएंगे। ਦਿੱਲੀ ਕੂਚ ਕਰਨ ਕੀ ਫੈਸਲਾ ਲਿਆ ਉਹ ਥੋੜਾ ਸਪਸ਼ਟ ਕਰ ਦਿਓ ਕਿ ਇਦੋਂ ਬਾਅਦ ਵਧੋਗੇ ਤੁਸੀਂ ਜਾਂ ਇੱਥੇ ਰਹੋਗੇ। ਦਿੱਲੀ ਕੂਚ ਆ ਜੀ, ਉਹ ਚ ਕੋਈ ਰੁਕਾਵਟ ਨਹੀਂ ਗੀ। ਠੀਕ ਹੈ, ਡੱਲੇਵਾਲ ਸਾਹਿਬ ਆ ਰਹੇ ਨੇ, ਕੀ ਵਿਚਾਰ ਚਰਚਾ ਕਰਨੀ ਦੋਵਾਂ ਫਾਰਮਾਂ ਦੀ, ਸਾਰੀ ਰਿਪੋਰਟ ਕਲੈਕਸ਼ਨ ਹੋ ਗਈ ਆ, ਉਦੋਂ ਬਾਅਦ ਤੁਹਾਨੂੰ ਫੈਸਲਾ ਹੋ ਜਾਊਗਾ। ਬੁਲਾਰਾ ਜੀ ਕੋ ਹਰਿਆਣੇ ਤੋਂ ਕਹਿਣਾ ਚਾਹੁੰਦੇ ਸੀ। ਪੰਜਾਬ ਦੇ ਤਰੀਕੇ ਦੇ ਨਾਲ ਹਰਿਆਣੇ ਦੇ ਡਰੋਨ ਨੇ ਆ ਕੇ ਇੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਆ, ਪਟਿਆਲਾ ਦੇ ਐਸਐਸਪੀ ਨੂੰ ਅਪੀਲ ਕਰੋਗੇ ਐਫਆਈਆਰ ਦਰਜ ਕੀਤੀ ਜਾਵੇ? ਅਸੀਂ ਤਾਂ ਕੱਲ ਵੀ ਕਿਹਾ ਜੀ ਮੀਟਿੰਗ ਜਿਹੜੇ ਕੋ ਅਫਸਰ ਸਾਨੂੰ ਗੱਲ ਕਰਨ ਆਏ ਸੀ ਵੀ ਪੰਜਾਬ ਦੀ ਟੈਰੀਟਰੀ ਇਸਤੇਮਾਲ ਕੀਤੀ ਜਾ ਰਹੀ ਆ, ਕਾਨੂੰਨ ਮੁਤਾਬਕ ਸਾਡੀ ਟੈਰੀਟਰੀ ਇਸਤੇਮਾਲ ਨਹੀਂ ਹੋ ਸਕਦੀ। ਡਰੋਨ ਵੀ ਆਏ ਆ ਔਰ ਜਿੰਨੇ ਫਾਇਰ ਹੋ ਰਹੇ ਉਹ ਵੀ ਪੰਜਾਬ ਦੀ ਟੈਰੀਟਰੀ ਤੇ ਲਾਅ ਮੁਤਾਬਕ ਪੰਜਾਬ ਸਰਕਾਰ ਨੂੰ ਸਟੈਪ ਚੱਕਣਾ ਚਾਹੀਦਾ ਇਹਨਾਂ ਦੇ ਖਿਲਾਫ। हाँ, बुलारा साहब 2 मिनट की गल कर। हाँ जी, मैं अशोक बुलारा, राष्ट्रीय संयोजक अखिल भारतीय जाट आरक्षण संघर्ष समिति। पिछले 2020 में जो आंदोलन हुआ था, पूरा हरियाणा, जब पंजाब के किसान बॉर्डर क्रॉस करके चले थे तो तमाम हरियाणा इनके साथ था। और आज भी पूरे हरियाणा में, खासकर हरियाणा सरकार को ये कहना चाहता हूँ, एक तो पुलिस कप्तान कैथल का मिस्टर तोमर है जिसने सीधी ऐसे कहा है पुलिस वालों को कि किसानों को खोद मारो। ये मिस्टर खट्टर ने संज्ञान लेना चाहिए इसके ऊपर। दूसरा ये है, जो हरियाणा का किसान है, बिल्कुल मैं आपको ग्राउंड की रिपोर्ट सभी खाप प्रधानों से बात करने के बाद, भले ही सरकार ने इक्का दुक्का प्रधानों से अपने हक में कोई बात बयान दिलवाया है, वो सरकारी प्रधान हो सकते हैं, खापों के जनरल प्रधान हरियाणा के ऐसे नहीं है। किसान आंदोलन के साथ हैं। जिस प्रकार से 2020 में किसानों ने साथ दिया था, आज कंप्लीटली हरियाणा में ट्रैक्टर तैयार कर लिए गए हैं। जैसे ही ये किसान इधर से आगे बढ़ेंगे, पूरा का पूरा हरियाणा शंघू बॉर्डर पर और टिकरी बॉर्डर में साथ होगा और उसकी खाने पीने की, रहन की, आगे इज्जतदारी की जिम्मेवारी हरियाणा की है। इसमें कोई लाग लपेट नहीं है। और जिस प्रकार से जो मांगे थी पंडेर साहब ने बताई, और सरकार की हम ये देख रहे हैं, जो तानाशाही हाई कोर्ट ने भी कल जो पीआई फाइल की थी, उसमें भी ये आया है कि जब किसान शांतिपूर्वक तरीके से दिल्ली जा रहे थे तो एडवांस में 2-2, 3-3 दिन हरियाणा सरकार किस लिए बैरिकेटिंग कर रही है। दूसरा ये भी फील किया हाईकोर्ट ने कि किसानों को दिल्ली जाने दिया जाए, इनको कोई जगह बताई जाए। और हम केंद्र सरकार से यही मांग करते हैं कि किसानों की मांगों पर सहानुभूति विचार करके एमएसपी का तुरंत इलाज करे, कर्जा माफी का तुरंत इलाज करे, नरेगा के 200 दिन की दिहाड़ी का तुरंत इलाज करे, और जिस प्रकार इलेक्ट्रिसिटी बिल है और जो लखीमपुर खीरी के विक्टिम है उनको सबको ये न्याय दिया जाए। मैं फिर आपसे एक बार आपके माध्यम से अपील करता हूँ, तमाम हरियाणा, ये मत मानना भाई यहाँ एक आदमी बैठ के कह रहा है, तमाम हरियाणा की, मैं गांव के किसान की, आम जन की ये रिपोर्ट है, ट्रैक्टर बिल्कुल तैयार कर लिए गए हैं, भले ही वो बॉर्डर की तरफ इधर नहीं पहुंचे हैं। ये फील किया जा रहा है हरियाणा से कि पंजाब इधर आ जाएगा। हमारा निशाना सिंघू बॉर्डर और टिकरी बॉर्डर है, हम वहाँ 100% पंजाब के साथ जाएंगे, जो मर्जी तानाशाही सरकार कर ले। पंडेर साहब, ਤੁਸੀਂ ਹਾਲੇ ਵੀ ਉਮੀਦ ਕਰਦੇ ਹੋ ਕੇਂਦਰ ਸਰਕਾਰ ਤੁਹਾਡੀਆਂ ਮੰਗਾਂ ਮੰਨੇਗੀ ਜਾਂ ਗੱਲਬਾਤ ਕਰੇਗੀ? ਤੁਹਾਨੂੰ ਕੋਈ ਆਫਰ ਕਿਸੇ ਤਰੀਕੇ वो तो आगे है 16 को। 1 ਮਿੰਟ ਪਰਮਜੀਤ, ਆਪਣਾ ਬਿਹਾਰ ਤੇ ਮੱਧ ਪ੍ਰदेश 2 ਮਿੰਟ। ਹਾਂਜੀ, मैं परमजीत सिंह, राष्ट्रीय किसान संगठन से, किसान मजदूर मोर्चा के ही बैनर तले हैं। तो हाँ, मैं बोलता हूँ, मैं ऐसा एक दिखाया जा रहा है कि ये आंदोलन पंजाब का है, तो मैं ये बताना चाह रहा हूँ, मैं बिहार का हूँ और संगठन का काम मध्य प्रदेश में करता हूँ। बिहार से सैकड़ों की संख्या में किसान आज सुबह दिल्ली पहुँच चुके हैं, और मध्य प्रदेश में आपको मालूम होगा कि जो भोपाल में किसान गिरफ्तार हुए थे, उनको कल जेल में उज्जैन भेजा गया, 200 किलोमीटर दूर है उज्जैन भोपाल से। इसके अलावा रीवा से जो ट्रैक्टर निकल रहा है आज, उसको पहले ही भी उन किसानों के घरों पे जाकर के धमकी दिए गए हैं, ठीक ना। किसान जो हमारे संगठन के जो नेता हैं, उनको धमकी दिए जा रहे हैं कि अगर निकले तो आपको ट्रैक्टर जब्त कर लिए जाएंगे। तो एक बात आप लोग इस चीज़ को समझ लीजिए कि पंजाब का मुद्दा नहीं है, सबसे ज़्यादा अगर इसकी ज़रूरत है तो हमें बिहार का है, क्योंकि मंडी सिस्टम वहाँ ख़त्म हो चुकी है। एमएसपी की गारंटी का मतलब ये समझ लीजिए कि धान हम 1600 रुपये में बेचते हैं, 1700 रुपये में धान इससे ज़्यादा नहीं जाता। तो ये मांग तो हमारे उन बीजेपी शासित राज्यों के लिए ही है जहाँ पर बीजेपी की सरकार है। हमने ये बात कृषि मंत्री से भी बताए कि मंत्री जी, जिस राज्य से आप आते हैं वहाँ पर 1600 रुपये या 1700 रुपये धान खरीदी होती है, तो आपको तो ज़्यादा फायदा आपके किसानों को होगा, पॉलिटिकली भी आपको ज़्यादा फायदा होगा, लेकिन वो नहीं मान रहे। तो
जैसे ही ये पंजाब बॉर्डर पंजाब ये बैरिकेड्स को तोड़ता है तो सभी जगह से लोग बैठे हुए हैं केवल इसी इंतजार में कि हम दिल्ली पहुंचे और चारों तरफ से लोग पहुंचेंगे। एक लाइन कैजुअलिटी का अफवाह बहुत उड़ रही है, कैजुअलिटी ਦੀਆਂ सोशल मीडिया ਤੇ ਅਫਵਾਹਾਂ ਦੇਖੋ ਸਪਸ਼ਟ ਕਰ ਦਿਓ ਕਿ ਦੇਖੋ ਇੱਥੇ ਐਸਐਸਪੀ ਪਟਿਆਲਾ ਨੇ ਸਰਕਾਰ ਦੀ ਸਾਰੀ ਇੰਟੈਲੀਜੈਂਸੀ ਆ ਪੰਜਾਬ ਦੇ ਘੇਰੇ ਦੇ ਵਿੱਚ ਇਹਨਾਂ ਦੋਵਾਂ ਖਨੌਰੀ ਪੂਰਾ ਪਤਾ ਕੋਈ ਕੈਜੁਅਲਟੀ ਨਹੀਂ ਹੋਈ ਹੈਗੀ। ਇਹ ਸਗੋਂ ਨੈਸ਼ਨਲ ਮੀਡੀਆ ਤੇ ਜ਼ੋਰ ਲਾ ਕੇ ਲੋਕਾਂ ਨੂੰ ਡਰਾਉਣ ਦੀ ਗੱਲ ਹੈਗੀ ਆ। ਅਸੀਂ ਕਹਿੰਦੇ ਆ ਮਾਲਕ ਵਾਹਿਗੁਰੂ ਮਿਹਰ ਕਰੇ ਕਿਸੇ ਦੀ ਕੋਈ ਕੈਜੁਅਲਟੀ ਹੋਵੇ ਨਾ। ਸਾਰੇ ਸਾਨੂੰ ਪਿਆਰੇ, ਅਸੀਂ ਤਾਂ ਇਸ ਭੇਡ 'ਚ ਹੀ ਨਹੀਂ ਪੈਣਾ ਚਾਹੁੰਦੇ ਹੈਗੇ। ਅਸੀਂ ਤਾਂ ਚਾਹੁੰਦੇ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਸਾਨੂੰ ਦਿੱਲੀ ਜਾਣ ਦਾ ਰਾਹ ਦੇਵੇ। ਆਪਾਂ ਸਰਕਾਰ ਕੋ ਮੰਗਾ ਮਨਾਉਣਾ ਚਾਹੁੰਦੇ ਨਾ ਕਿ ਸਰਕਾਰ ਨਾਲ ਟਕਰਾ ਚਾਹੁੰਦੇ ਆ। ਪੰਦੇਰ ਸਾਹਿਬ ਗੁਰਨਾਮ ਚੜੂਨੀ ਹੁਣੀ ਇਹ ਗੱਲ ਕਹਿ ਰਹੇ, ਕਹਿੰਦੇ ਕਿ ਦੱਸਿਆ ਨਹੀਂ ਗਿਆ, ਸਾਡੇ ਨਾਲ ਗੱਲਬਾਤ ਨਹੀਂ ਹੋਈ, ਕਹਿੰਦੇ ਨੇ ਤਾਂ ਅਸੀਂ ਵੀ ਆਉਣ ਨੂੰ ਤਿਆਰ ਸੀ। ਦੇਖੋ ਮੈਂ ਬਾਈ ਨੇਮ ਗੱਲਾਂ ਨਹੀਂ ਕਰਦਾ ਹੁੰਦਾ। ਸਵਾਲ ਇਹ ਨਹੀਂ ਹੈ, ਪਿਛਲੀ ਮੀਟਿੰਗ 'ਚ ਕਿਹਾ ਸਵਾਲ ਇਹਨੇ ਕਿਹਾ ਵੀ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਨੀ ਚਾਹੀਦੀ ਆ ਕਿ ਨਹੀਂ ਬਣਨੀ ਚਾਹੀਦੀ। ਇੱਕ ਇਹ ਤੋਂ ਇਲਾਵਾ ਵੀ ਮਸਲੇ ਦਾ ਹੱਲ ਸੰਘਰਸ਼ ਆ ਜਾਂ ਵੋਟਾਂ ਵਾ। ਇੱਥੇ ਰੌਲਾ, ਹੋਰ ਕੋਈ ਰੌਲਾ ਨਹੀਂ ਕਿਸੇ ਨਾਲ ਹੈਗਾ, ਠੀਕ ਹੈ ਜੀ। ਤੋ ਜਦੋਂ ਉਹ ਰੌਲਾ ਸਾਡੀ ਜਥੇਬੰਦੀ ਫੋਰਮ ਦਾ, ਦੋਵਾਂ ਫੋਰਮਾਂ ਦਾ ਇੱਕ ਜਾਬਤਾ ਵਾ, ਕੋਈ ਲੀਡਰ ਉਹ ਜਾਬਤੇ ਨੂੰ ਮੰਨੂਗਾ ਸਾਡੇ ਵੱਲੋਂ ਵੈਲਕਮ। ਪੰਦੇਰ ਸਾਹਿਬ ਸਾਡੇ ਸਾਥ ਤੋਂ ਪੰਦੇਰ ਸਾਹਿਬ ਨਾ ਡੱਲੇਵਾਲ ਸਾਹਿਬ ਆਉਣਗੇ, ਡੱਲੇਵਾਲ ਸਾਹਿਬ ਆ ਰਹੇ ਆ, ਕੇਂਦਰ ਸਰਕਾਰ ਨੇ ਆ ਰਹੇ ਨੇ। ਦਿੱਲੀ ਜਾਣ ਦਾ, ਕੂਚ ਕਰਨ ਦਾ ਨਾ ਦੇ ਪ੍ਰੋਗਰਾਮ ਰੱਦ ਆ ਨਾ ਲੈਣਾ, ਆ ਗਏ ਨੇ ਉਹ। ਪੰਦੇਰ ਸਾਹਿਬ ਪੰਦੇਰ ਸਾਹਿਬ 750 ਕਿਸਾਨਾਂ ਦੀਆਂ ਜਾਨਾਂ ਪਿਛਲੇ ਅੰਦੋਲਨ ਚ ਗਈਆਂ, 100-150 ਜ਼ਖਮੀ ਹੋਣ ਹੋ ਗਏ। ਲੱਗਦਾ ਨਹੀਂ ਹੈਗਾ ਕਿ ਇਸ ਰਸਤੇ ਤੇ ਇਲਾਵਾ ਕੋਈ ਹੋਰ ਸਭ ਰਸਤਾ ਹੋਣਾ ਚਾਹੀਦਾ ਤਾਂ ਕਿ ਜਿਹੜੇ ਪੁੱਤ ਨੇ ਪੰਜਾਬ ਦੇ ਉਹ ਇਸ ਤਰ੍ਹਾਂ ਜ਼ਖਮੀ ਨਾ ਹੋਣ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ। ਇਸੇ ਕਰਕੇ ਦੋਵੇਂ ਫੋਰਮ ਉਹ ਦੋਵਾਂ ਪਾਸਿਓਂ ਵਾਲੀ ਨੀਤੀ ਤੇ ਵਿਚਾਰ ਕਰਨ ਲਈ ਅੱਡੋ ਅੱਡ ਮੀਟਿੰਗਾਂ ਲਾ ਰਹੇ ਨੇ, ਅਗਲੀ ਪ੍ਰਕਿਰਿਆ ਸ਼ੁਰੂ ਕਰ ਰਹੇ ਨੇ। ਕੇਂਦਰ ਸਰਕਾਰ ਵੱਲੋਂ ਕੋਈ ਆਇਆ ਤੇ ਬੈਠੇ ਹੋ ਤੁਸੀਂ ਕਹਿ ਰਹੇ ਹੋ ਹਜੇ ਅਸੀਂ ਅਗਲੀ ਰਣਨੀਤੀ ਉਲੀਕਾਂਗੇ, ਡੱਲੇਵਾਲ ਸਾਹਿਬ ਨਾਲ ਬੈਠਾਂਗੇ, ਲੇਕਿਨ ਤੁਹਾਨੂੰ ਲੱਗਦਾ ਕਿ ਯੂਥ ਇਸ ਵਕਤ ਤੁਹਾਡੇ ਕੰਟਰੋਲ ਦੇ ਵਿੱਚ ਹੈ? ਕਿਉਂਕਿ ਐ ਨਹੀਂ ਹੈਗਾ, ਐ ਨਹੀਂ ਹੈਗਾ। ਆਪਾਂ ਕੱਲ ਇਹ ਤਾਂ ਕਿਹਾ ਹੀ ਨਹੀਂ ਸੀਗਾ ਵੀ ਪੱਕੀ ਰੋਕ ਹੈਗੀ ਆ, ਠੀਕ ਆ। ਆਪਣਾ ਸਮਾਂ ਸੀਗਾ 10-11 ਵਜੇ ਦਾ, ਲਗਭਗ ਹੋ ਗਿਆ ਉਹ। ਦੂਸਰੀ ਗੱਲ ਹੈਗੀ ਆ, ਇਹ ਤੋਂ ਇਲਾਵਾ ਵੀ ਕੋਈ ਗੱਲ ਕਰਨੀ ਹੈਗੀ ਆ ਤਾਂ ਡੱਲੇਵਾਲ ਸਾਹਿਬ ਆ ਰਹੇ ਨੇ, ਦੋਵੇਂ ਫੋਰਮਾਂ ਦੀ ਬਣਾ ਕੇ ਸਪੀਕਰ ਲੱਗ ਚੱਲੇ ਨੇ। ਲੋਕਾਂ ਨਾਲ ਆਮ ਸਹਿਮਤੀ ਬਣਾ ਕੇ ਹੀ ਸਾਰੇ ਫੈਸਲੇ ਕੀਤੇ ਜਾਣ। ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਕੋਈ ਆਫਰ ਆਇਆ ਤੁਹਾਨੂੰ, ਕੋਈ ਕੋਆਰਡੀਨੇਸ਼ਨ ਦੇ ਲਈ ਕੋਈ? ਕਿਹਾ ਜਾ ਰਿਹਾ ਵੀ ਕੇਂਦਰ ਸਰਕਾਰ ਸੱਦਾ ਦੇ ਰਹੀ ਆ ਤੇ ਅਸੀਂ ਉਹ ਸੱਦੇ ਤੇ ਵੀ ਵਿਚਾਰ ਕਰਾਂਗੇ।